ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਗੁਰੂ ਗੋਬਿੰਦ ਸਿੰਘ ਪ੍ਰਗਟਿਓ ਦਸਵਾਂ ਅਵਤਾਰਾ। ਜਿਨ ਅਲਖ ਅਪਾਰ ਨਿਰੰਜਨਾ ਜਪਿਓ ਕਰਤਾਰਾ। ਨਿਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ। ਸਿਰ ਕੇਸ ਧਾਰ ਕਰ ਖੜਗ ਕੋ ਸਭ ਦੁਸ਼ਟ ਪਛਾਰਾ। ਸੀਲ ਜਤ ਕੀ ਕੱਛ ਪਹਿਰ ਪਕੜਿਓ ਹਥਿਆਰਾ। ਸਚ ਫਤਿਹ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਵਿਸਾਖੀ ਦਾ ਦਿਹਾੜਾ ਖਾਲਸਾ ਪ੍ਰਗਟ ਦਿਵਸ ਬਹੁਤ ਸ਼ਰਧਾ ਭਾਵਨਾ ਪ੍ਰੇਮ ਸਹਿਤ ਮਨਾਇਆ ਜਾ ਰਿਹਾ ਹੈ। ਆਓ ਜਿੱਥੇ ਆਪ ਸਭਨਾਂ ਨੂੰ ਖਾਲਸੇ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈ ਹੋਵੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪ੍ਰਗਟ ਦਿਵਸ। ਖਾਲਸਾ ਸ਼ਬਦ ਦੋ ਭਾਸ਼ਾਵਾਂ ਦੇ ਵਿੱਚ ਸਾਨੂੰ ਪੜ੍ਹਨ ਸੁਣਨ ਨੂੰ ਪ੍ਰਾਪਤ ਹੁੰਦਾ ਹੈ। ਅਰਬੀ ਦੇ ਵਿੱਚ ਖਾਲਸਾ ਸ਼ਬਦ ਦਾ ਅਰਥ ਹੈ ਸ਼ੁੱਧ, ਬਿਨਾਂ ਮਿਲਾਵਟ ਦੇ, ਬੇਦਾਗ, ਬੇਐਬ, ਪਵਿੱਤਰ, ਨਿਰਮਲ। ਫਾਰਸੀ ਦੇ ਵਿੱਚ ਖਾਲਸਾ ਸ਼ਬਦ ਦਾ ਅਰਥ ਹੋ ਜਾਂਦਾ ਹੈ ਆਜ਼ਾਦ, ਸੁਤੰਤਰ। ਅਕਬਰ ਬਾਦਸ਼ਾਹ ਦਾ ਇੱਕ ਦਰਬਾਰੀ ਹੋਇਆ ਹੈ ਟੋਡਰ ਮੱਲ। ਉਸ ਨੇ ਜ਼ਮੀਨ ਨੂੰ 4 ਹਿੱਸਿਆਂ ਦੇ ਵਿੱਚ ਵੰਡਿਆ ਸੀ। ਵੱਖ-ਵੱਖ ਨਾਮ ਰੱਖੇ। ਇੱਕ ਜ਼ਮੀਨ ਦਾ ਨਾਮ ਉਹਨੇ ਰੱਖਿਆ ਸੀ ਖਾਲਸਾ ਜ਼ਮੀਨ। ਖਾਲਸਾ ਜ਼ਮੀਨ ਭਾਵ ਉਹ ਜ਼ਮੀਨ ਜਿਹੜੀ ਸਿੱਧੀ ਬਾਦਸ਼ਾਹ ਦੇ ਅਧੀਨ ਹੋਵੇ, ਜਿਹਦੇ ਤੇ ਕਿਸੇ ਚੌਧਰੀ ਜਗੀਰਦਾਰ ਆਦਿ ਦਾ ਕੋਈ ਮਾਲੀਆ ਨਹੀਂ ਸੀ ਲੱਗਦਾ, ਕੋਈ ਟੈਕਸ ਨਹੀਂ ਸੀ। ਉਸ ਜ਼ਮੀਨ ਦਾ ਸੰਬੰਧ ਸਿੱਧਾ ਬਾਦਸ਼ਾਹ ਦੇ ਨਾਲ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਹ ਖਾਲਸਾ ਸਿੱਧਾ ਅਕਾਲ ਪੁਰਖ ਦੇ ਅਧੀਨ ਕਰ ਦਿੱਤਾ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ। ਖਾਲਸਾ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਵਰਤਿਆ ਹੈ। ਪੰਕਤੀਆਂ ਹਨ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਕਿ ਜਿਨ੍ਹਾਂ ਦੇ ਅੰਦਰ ਪ੍ਰੇਮਾ ਭਗਤੀ ਪ੍ਰਗਟ ਹੋ ਜਾਂਦੀ ਹੈ, ਉਹ ਪ੍ਰਭੂ ਨੂੰ ਪ੍ਰੇਮ ਕਰਦੇ ਕਰਦੇ ਪਰਮਾਤਮਾ ਦੇ ਇੰਨਾ ਨੇੜੇ ਹੋ ਜਾਂਦੇ ਨੇ ਕਿ ਉਹ ਖਾਲਸੇ ਹੋ ਗਏ। ਭਾਵ ਉਹਨਾਂ ਦੀ ਸਾਂਝ ਬਣ ਗਈ ਪ੍ਰਭੂ ਨਾਲ, ਤੇ ਜਮਾ ਆਦਿ ਦੇ ਭੈ ਤੋਂ ਉਹ ਸੁਤੰਤਰ ਹੋ ਗਏ, ਆਜ਼ਾਦ ਹੋ ਗਏ। ਜਾਂ ਅਸੀਂ ਇਹ ਵਚਨ ਬਾਣੀ ਵਿੱਚ ਭਾਈ ਗੁਰਦਾਸ ਜੀ ਦੀ ਰਚਨਾ, ਭਾਈ ਗੁਰਦਾਸ ਜੀ ਦੂਜੇ, ਉਹ ਵਚਨ ਕਰਦੇ ਨੇ, ਪੀਵਹੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉੱਥੇ ਵੀ ਬਚਨ ਆ ਗਿਆ, ਗੁਰ ਸੰਗਤ ਕੀਨੀ ਖਾਲਸਾ। ਇਹ ਖਾਲਸਾ ਲਫ਼ਜ਼ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਜੀ
ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਹੁਕਮਨਾਮਿਆਂ ਵਿੱਚ ਵੀ ਵਰਤਿਆ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 2 ਹੁਕਮਨਾਮੇ ਮਿਲਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਹੁਕਮਨਾਮੇ ਦੇ ਵਿੱਚ ਇਹ ਸ਼ਬਦ ਵਰਤਦੇ ਨੇ, ਪੂਰਬ ਦੀ ਸੰਗਤ ਗੁਰੂ ਦਾ ਖਾਲਸਾ ਹੈ। ਪੂਰਬ ਦੀ ਸੰਗਤ ਗੁਰੂ ਦਾ ਖਾਲਸਾ ਹੈ। ਇਸੇ ਤਰ੍ਹਾਂ 9ਵੇਂ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਵੀ ਜਦੋਂ ਪਟਨੇ ਦੀ ਸੰਗਤ ਦੇ ਨਾਮ ਹੁਕਮਨਾਮਾ ਲਿਖਿਆ, ਉਹਦੇ ਵਿੱਚ ਵਚਨ ਆਉਂਦਾ, ਪਟਨੇ ਦੀ ਸੰਗਤ ਸ੍ਰੀ ਗੁਰੂ ਜੀਓ ਦਾ ਖਾਲਸਾ ਹੈ। ਪਟਨੇ ਦੀ ਸੰਗਤ ਸ੍ਰੀ ਗੁਰੂ ਜੀਓ ਦਾ ਖਾਲਸਾ ਹੈ। ਤੇ ਇਹ ਖਾਲਸਾ ਜਦੋਂ ਆਪਾਂ ਸੰਖੇਪ ਦੇ ਵਿੱਚ ਜਾਂ ਓਪਰੀ ਨਜ਼ਰੇ ਵੇਖਾਂਗੇ ਤੇ ਅਸੀਂ ਇਹ ਆਖਦੇ ਹਾਂ ਜਾਂ ਸੁਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ। ਇਹ ਕੋਈ ਵਕਤੀ ਫੈਸਲਾ ਨਹੀਂ ਸੀ, ਇਹ ਕੋਈ ਜੋਸ਼ ਵਿੱਚ ਆ ਕੇ ਲਿਆ ਹੋਇਆ ਫੈਸਲਾ ਨਹੀਂ ਸੀ, ਇਹ ਇਕੱਲੇ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਫੈਸਲਾ ਨਹੀਂ ਸੀ। ਖਾਲਸਾ ਅਸਲ ਵਿੱਚ ਗੁਰੂ ਨਾਨਕ ਦੇਵ ਜੀ ਦਾ ਸੰਕਲਪ ਸੀ। ਭਾਈ ਗੁਰਦਾਸ ਜੀ ਦੇ ਬੋਲ ਅਸੀਂ ਪੜ੍ਹਦੇ ਹਾਂ ਨਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਾਂ ਇੱਕ ਥਾਂ ਤੇ ਬਚਨ ਆਉਂਦਾ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਇੱਕ ਅੰਗਰੇਜ਼ ਲੇਖਕ ਇਹ ਗੱਲ ਵੀ ਲਿਖਦਾ ਹੈ ਕਿ ਅਨੰਦਪੁਰ ਦੀ ਧਰਤੀ ਤੇ 1699 ਈਸਵੀ ਵਿੱਚ ਜਿਹੜੀ ਤੇਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥ 'ਚ ਫੜੀ ਹੋਈ ਲਿਸ਼ਕਾਂ ਮਾਰਦੀ ਸੀ, ਉਸ ਤੇਗ ਦਾ ਫੌਲਾਦ ਗੁਰੂ ਨਾਨਕ ਦੇਵ ਜੀ ਨੇ ਤਿਆਰ ਕੀਤਾ ਹੈ। ਇਸ ਕਰਕੇ ਇਹ ਖਾਲਸਾ ਗੁਰੂ ਨਾਨਕ ਦੇਵ ਮਹਾਰਾਜ ਦਾ ਸੰਕਲਪ ਸੀ। ਜਿੱਦਾਂ ਆਪਾਂ ਕੋਈ ਇਮਾਰਤ ਤਿਆਰ ਕਰਦੇ ਹਾਂ, ਪਹਿਲਾਂ ਆਪਾਂ ਨਕਸ਼ਾ ਤਿਆਰ ਕਰਦੇ ਹਾਂ ਨਾ, ਉਹ ਨਕਸ਼ਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਮਨ ਵਿੱਚ ਸੋਚਿਆ ਸੀ, ਤਸੱਵਰ ਕੀਤਾ ਸੀ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਇੱਕ ਖਾਲਸਾ, ਮਾਨੋ ਇਹਨੂੰ ਇੱਕ ਇਮਾਰਤ ਕਹਿ ਲਓ, ਇਹਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖ ਦਿੱਤੀ। ਤੇ ਬਾਕੀ ਗੁਰੂ ਸਾਹਿਬ ਉਸਾਰੀ ਦਾ ਕਾਰਜ ਕਰਦੇ ਗਏ। ਜਦੋਂ ਉਸਾਰੀ ਦਾ ਕਾਰਜ ਪੂਰਾ ਹੋ ਜਾਂਦਾ ਹੈ, ਉਸ ਬਿਲਡਿੰਗ ਨੂੰ ਰੰਗ ਰੋਗਨ ਕਰਕੇ, ਬੂਹੇ ਬਾਰੀਆਂ ਲਾ ਕੇ ਐਨ ਸੋਹਣੀ ਇਮਾਰਤ ਉਹ ਤਿਆਰ ਹੋ ਜਾਂਦੀ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਇਮਾਰਤ ਨੂੰ, ਇਸ ਖਾਲਸਾ ਇਮਾਰਤ ਨੂੰ ਮਾਨੋ ਸੰਪੂਰਨਤਾ ਦਿੱਤੀ, ਪ੍ਰਗਟ ਕਰ ਦਿੱਤਾ। ਇਹਨੂੰ ਗੁਰੂ ਨਾਨਕ ਦੇਵ ਜੀ ਦੇ ਸੰਕਲਪ ਨੂੰ ਜ਼ਾਹਰਾ ਤੌਰ ਤੇ ਪ੍ਰਗਟ ਕਰ ਦਿੱਤਾ। ਦੇਖੋ, ਇਹ ਕਈ ਗੱਲਾਂ ਸਾਨੂੰ ਪ੍ਰਤੱਖ ਪ੍ਰਮਾਣ ਵਜੋਂ ਮਿਲਦੀਆਂ ਨੇ। ਜਦੋਂ ਆਪਾਂ ਭਾਈ ਮਨੀ ਸਿੰਘ ਜੀ ਦੀ ਰਚਨਾ ਗਿਆਨ ਰਤਨਾਵਲੀ ਵਿੱਚ ਇਹ ਜ਼ਿਕਰ ਪੜ੍ਹਦੇ ਹਾਂ ਨਾ, ਕਿ ਜਦੋਂ ਭਾਈ ਮਰਦਾਨਾ ਜੀ ਦਾ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਮਿਲਾਪ ਹੋਇਆ ਤੇ ਮਹਾਰਾਜ ਜੀ ਨੇ 3 ਉਪਦੇਸ਼ ਦਿੱਤੇ ਭਾਈ ਮਰਦਾਨਾ ਜੀ ਨੂੰ। ਇੱਕ ਤਾਂ ਕੇਸ ਨਹੀਂ ਕਟਾਉਣੇ, ਪਿਛਲ ਰਾਤੀ ਜਾਗ ਸਤਨਾਮ ਜਪਣਾ, ਆਏ ਗਏ ਸਾਧ ਸੰਗਤ ਦੀ ਸੇਵਾ ਕਰਨੀ, ਅਤੇ ਫਿਰ ਜਦੋਂ ਗੁਰੂ ਹਰਿਰਾਏ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੂੰ ਇੱਕ ਨੰਦ ਲਾਲ ਪੁਰੀ ਪਿੰਡ ਗਲੋਟੀਆ ਖੁਰਦ, ਇਹ ਵੀਰ ਹਕੀਕਤ ਸਿੰਘ ਜੀ ਦੇ ਦਾਦਾ ਜੀ ਸਨ,
ਨੰਦ ਲਾਲ ਪੁਰੀ। ਉਹਨਾਂ ਨੇ ਜਦੋਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤਾਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਵੀ ਉਹਨਾਂ ਨੂੰ ਬਚਨ ਕੀਤੇ ਸੀ, ਉਪਦੇਸ਼ ਬਖਸ਼ਿਸ਼ ਕੀਤੇ ਸੀ ਕਿ ਇੱਕ ਕੇਸ ਨਾ ਕਟਾਉਣੇ, ਦੂਜਾ ਤੰਬਾਕੂ ਨਾ ਪੀਣਾ ਅਤੇ ਫਿਰ ਟੋਪੀ ਨਾ ਪਹਿਨਣੀ। ਇਹ ਪੋਥੀ 50 ਸਾਖੀਆਂ ਉਹਦੇ ਵਿੱਚ ਇਹ ਜ਼ਿਕਰ ਮਿਲਦਾ ਹੈ। ਗੁਰੂ ਹਰਿਰਾਏ ਸਾਹਿਬ ਜੀ ਨੇ 7ਵੇਂ ਪਾਤਸ਼ਾਹ ਜੀ ਨੇ ਆਪਣੇ ਕੋਲ ਆਏ ਹੋਏ ਇੱਕ ਸਿੱਖ ਨੂੰ ਇਹ ਵਚਨ ਕੀਤੇ ਸੀ ਕਿ ਕੇਸ ਨਹੀਂ ਕਟਾਉਣੇ, ਤੰਬਾਕੂ ਨਾ ਪੀਣਾ, ਟੋਪੀ ਨਾ ਪਹਿਨਣੀ। ਸੋ ਇਸ ਕਰਕੇ ਭਾਵ ਇਹ ਜਿਹੜਾ ਖਾਲਸੇ ਦੀ ਰਹਿਤ ਦਾ ਇੱਕ ਮੁੱਖ ਅੰਗ ਆ ਗਿਆ ਨਾ, ਕੇਸ ਨਾ ਕਟਾਉਣੇ। ਇਹ ਗੁਰੂ ਨਾਨਕ ਦੇਵ ਸੱਚੇ ਪਿਤਾ ਮਹਾਰਾਜ ਜੀ ਨੇ ਇੱਕ ਇਹ ਸੰਕਲਪ ਲਿਆ ਸੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਸਿੱਖੀ ਦੀ ਨੀਂਹ ਰੱਖ ਦਿੱਤੀ। ਗੁਰੂ ਅੰਗਦ ਦੇਵ ਜੀ ਨੇ ਹੁਕਮ ਮੰਨਣ ਦਾ, ਗੁਰੂ ਅਮਰਦਾਸ ਜੀ ਨੇ ਸੇਵਾ ਦਾ ਗੁਣ, ਗੁਰੂ ਰਾਮਦਾਸ ਜੀ ਨੇ ਵਿਵੇਕ ਦਾ ਗੁਣ, ਗੁਰੂ ਅਰਜਨ ਦੇਵ ਜੀ ਨੇ ਕੁਰਬਾਨੀ ਦਾ ਜਜ਼ਬਾ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦਾ ਸੁਮੇਲ ਕਰਕੇ 4 ਯੁੱਧ ਲੜ ਕੇ ਜੂਝਣ ਦਾ ਗੁਣ ਖਾਲਸੇ ਦੇ ਅੰਦਰ ਭਰਿਆ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਵੀ ਇਹ ਉਪਦੇਸ਼ ਬਖਸ਼ਿਸ਼ ਕਰਕੇ ਅਤੇ ਬਾਣੀ ਦੇ ਪ੍ਰਤੀ ਗੁਰੂ ਸਾਹਿਬ ਜੀ ਨੇ ਬਹੁਤ ਸਾਰੀਆਂ ਜਿਹੜੀਆਂ ਸਿੱਖਿਆਵਾਂ ਬਖਸ਼ਿਸ਼ ਕੀਤੀਆਂ। ਜਿਨ ਪੈ ਬਾਣੀ ਅਦਬ ਨ ਧਾਰਾ, ਜਾਣੋ ਸੋ ਸਿੱਖ ਨਾਹੀਂ ਹਮਾਰਾ। ਤੇ ਇਸ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਜਦੋਂ ਕਿ ਦਾਰਾ ਸ਼ਿਕੋ ਦੇ ਵਾਸਤੇ ਕੁਝ ਇਲਾਜ ਦੇ ਵਾਸਤੇ ਚੀਜ਼ਾਂ ਚਾਹੀਦੀਆਂ ਸਨ ਤੇ ਗੁਰੂ ਹਰਿਰਾਏ ਸਾਹਿਬ ਜੀ ਨੇ ਵੱਡਾ ਦਵਾਖਾਨਾ ਚਲਾਇਆ ਹੋਇਆ ਸੀ ਤੇ ਉਹ ਚੀਜ਼ਾਂ ਮੰਗਣ ਦੇ ਲਈ ਜਦੋਂ ਆਏ, ਜਦ ਕਿ ਉਹਨਾਂ ਦੇ ਮਨ 'ਚ ਪਹਿਲਾਂ ਖਿਆਲ ਆਇਆ ਵੀ ਜਿਨ੍ਹਾਂ ਦੇ ਕੋਲੋਂ ਅਸੀਂ ਚੀਜ਼ਾਂ ਮੰਗਣ ਚੱਲੇ ਹਾਂ, ਗੁਰੂ ਹਰਿਰਾਏ ਸਾਹਿਬ ਮਹਾਰਾਜ ਉਸ ਘਰ ਦੇ ਨਾਲ ਤਾਂ ਸਾਡੀ ਜੰਗ ਹੁੰਦੀ ਰਹੀ ਹੈ। ਦਾਰਾ ਸ਼ਿਕੋ ਸੋਚਦਾ ਹੈ ਵੀ ਸ਼ਾਹਜਹਾਨ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ 4 ਜੰਗਾਂ ਕੀਤੀਆਂ, ਪਰ ਉਹਨੂੰ ਦੱਸਿਆ ਕਿ ਸਤਿਗੁਰੂ ਅੰਦਰੋਂ ਨਿਰਵੈਰ ਹੈ, ਇੱਥੇ ਤੇ ਜੋ ਜੀ ਆਵੇ ਸੋ ਰਾਜੀ ਜਾਵੇ, ਕਿਸੇ ਨਾਲ ਕੋਈ ਵਿਤਕਰਾ ਨਹੀਂ। ਇੱਥੇ ਤੇ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਦਾ ਹੁਕਾ ਦਿੱਤਾ ਜਾਂਦਾ ਹੈ। ਸੋ ਭਾਵ ਕਹਿਣ ਦਾ ਵੀ ਗੁਰੂ ਹਰਿਰਾਏ ਸਾਹਿਬ ਜੀ ਨੇ ਸ਼ਰਨ ਆਏ ਹੋਏ ਕਿਸੇ ਵਿਅਕਤੀ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ, ਭਾਵੇਂ ਉਹ ਦੁਸ਼ਮਣ ਹੀ ਕਿਉਂ ਨਾ ਹੋਵੇ, ਜੇ ਉਹ ਸ਼ਰਨ 'ਚ ਆ ਗਿਆ ਉਹਦੇ ਨਾਲ ਕਿੱਦਾਂ ਦਾ ਵਰਤਾਓ ਕਰਨਾ, ਇਹ ਗੁਣ, ਇਹ ਸਿੱਖਿਆ ਗੁਰੂ ਹਰਿਰਾਏ ਸਾਹਿਬ ਜੀ ਨੇ ਭਰੀ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਦੀਨ ਦੁਖੀਆਂ ਦੇ ਦੁੱਖ ਦੂਰ ਕਰਕੇ ਦੁਖੀਆਂ ਦੇ ਹਮਦਰਦ ਬਣਨ ਦੀ ਪ੍ਰੇਰਨਾ ਭਰੀ। ਅੱਜ ਅਸੀਂ ਆ ਵੇਖਦੇ ਹਾਂ ਨਾ, ਸਰਦਾਰ ਰਵੀ ਸਿੰਘ ਜੀ ਖਾਲਸਾ ਏਡ ਵਾਲੇ, ਕਿਵੇਂ ਉਹ ਸਿੱਖ ਹੋਣ ਦਾ ਫਰਜ਼ ਜਿਹੜਾ ਨਿਭਾ ਰਹੇ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਤਾਂ ਮਨੁੱਖੀ ਹੱਕਾਂ ਦੇ ਪ੍ਰਤੀ ਐਸੀ ਆਵਾਜ਼ ਬੁਲੰਦ ਕੀਤੀ ਕਿ ਦੇਖੋ ਦੁਨੀਆ ਵਿੱਚ ਕਿਧਰੇ ਵੀ ਕੋਈ ਇਹ ਐਸੀ ਮਿਸਾਲ ਨਹੀਂ ਤੁਹਾਨੂੰ ਲੱਭੇਗੀ। ਆਪਣੇ ਧਰਮ ਦੇ ਵਾਸਤੇ ਤਾਂ ਬੜੇ ਲੋਕ ਕੁਰਬਾਨ ਹੁੰਦੇ ਆਏ ਨੇ, ਸ਼ਹੀਦ ਹੁੰਦੇ ਆਏ ਨੇ, ਪਰ ਦੂਜੇ ਦੇ ਧਰਮ ਦੀ ਖਾਤਰ ਸ਼ਹਾਦਤ ਦੇਣੀ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਿੱਸੇ ਆਈ। ਦੂਜੇ ਦੇ ਧਰਮ ਦੇ ਪ੍ਰਤੀ ਵੀ ਖਾਲਸਾ ਜਿਹੜਾ ਸੁਚੇਤ ਹੈ ਕਿ ਉਹ ਜ਼ੁਲਮ ਦੇ ਵਿਰੁੱਧ ਡਟਦਾ ਹੈ।
ਜੇ ਜ਼ੁਲਮ ਕਰਨਾ ਪਾਪ ਹੈ ਤੇ ਖਾਲਸੇ ਨੂੰ ਇਹ ਗੁਣ ਸਿਖਾਇਆ ਕਿ ਜ਼ੁਲਮ ਹੁੰਦਾ ਵੇਖਣਾ ਵੀ ਪਾਪ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਗੁਣ ਭਰਿਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜੀ ਨੇ ਬੇਅੰਤ ਰਹਿਮਤਾਂ, ਬਹੁਤ ਸਾਰੀਆਂ ਬਖਸ਼ਿਸ਼ਾਂ ਕੀਤੀਆਂ। ਕਈ ਵਾਰੀ ਇਹ ਕਹਿ ਦਿੱਤਾ ਜਾਂਦਾ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਆਏ ਤੇ ਮਹਾਰਾਜ ਜੀ ਨੇ ਪੁੱਛਿਆ ਵੀ ਕਿਸ ਤਰ੍ਹਾਂ ਦੇ ਹਾਲਾਤ ਸਨ, ਤਾਂ ਉਹਨਾਂ ਕਿਹਾ ਵੀ ਕੋਈ ਸਿੱਖ ਨਜ਼ਰ ਹੀ ਨਹੀਂ ਆਇਆ। ਜਦ ਕਿ ਸੱਚਾਈ ਜੇ ਅਸੀਂ ਵੇਖੀਏ ਨਾ, ਤਾਂ ਉਸ ਵਕਤ ਔਰੰਗਜ਼ੇਬ ਦੇ ਉੱਤੇ ਕਈ ਸਿੱਖਾਂ ਨੇ ਹਮਲੇ ਕੀਤੇ ਨੇ। ਵੀ ਉਸ ਦੇ ਵਿੱਚੋਂ ਗੁਰੂ ਸਾਹਿਬ ਨੇ ਉਸ ਵਕਤ ਫੈਸਲਾ ਕਰ ਲਿਆ ਵੀ ਅਸੀਂ ਖਾਲਸਾ ਸਾਜਾਂਗੇ। ਇਹ ਕੋਈ ਉਸ ਵਕਤ ਦਾ ਫੈਸਲਾ ਨਹੀਂ, ਇਹ ਗੁਰੂ ਨਾਨਕ ਦੇਵ ਜੀ ਦਾ ਸੰਕਲਪ ਸੀ। ਹਾਂ, ਉਸ ਘਟਨਾ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੇ ਖਾਲਸਾ ਪ੍ਰਗਟ ਕਰਨ ਦੇ ਇਸ ਕਾਰਜ ਦੇ ਵਿੱਚ ਕੁਝ ਰਵਾਨਗੀ ਜ਼ਰੂਰ ਲਿਆਂਦੀ ਹੈ। ਛੇਤੀ ਗੁਰੂ ਸਾਹਿਬ ਜੀ ਨੇ ਇਹ ਸਾਰਾ ਕੁਝ ਕਰਨ ਦਾ ਮਨ ਬਣਾਇਆ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼੍ਰੀ ਗੋਬਿੰਦ ਸੁਨ ਕਰ ਐਸੇ, ਗਰਜਤ ਬੋਲੇ ਜਲ ਤਰ ਜੈਸੇ, ਇਸ ਵਿਦ ਕੋ ਆ ਪੰਥ ਬਨਾਵੋ, ਸਗਲ ਜਗਤ ਮੈਂ ਬਹੁ ਵਿਦ ਤਾਵੋ, ਲੱਖ ਹੋਂ ਜਗ ਕੇ ਨਰ ਇੱਕ ਥਾਏ, ਤਿਨ ਮੈਂ ਮਿਲੇ ਏਕ ਸਿੱਖ ਜਾਏ, ਸਭ ਮੈਂ ਪ੍ਰਥਕ ਪਛਾਨਿਓ ਪਰੈ, ਰਲੈ ਨ ਕਬਹੂ ਕੈਸਿਓ ਕਰੈ। ਕਿ ਗੁਰੂ ਸਾਹਿਬ ਜੀ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਐਸਾ ਖਾਲਸਾ ਸਾਜਾਂਗੇ ਜਿਹੜਾ ਦੂਰੋਂ ਪਹਿਚਾਣਿਆ ਜਾਵੇਗਾ। ਤੇ ਫਿਰ ਸਾਡੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਮਹਾਰਾਜ ਜੀ ਨੇ ਹੁਕਮਨਾਮੇ ਭੇਜ ਦਿੱਤੇ ਕਿ 30 ਮਾਰਚ 1699 ਨੂੰ ਵੈਸਾਖੀ ਵਾਲੇ ਦਿਨ ਸਿੱਖ ਆਨੰਦਪੁਰ ਦੀ ਧਰਤੀ ਤੇ ਇਕੱਠੇ ਹੋਣ। ਉਂਝ ਜੇ ਅਸੀਂ ਦੇਖੀਏ, ਵਿਸਾਖੀ ਦਾ ਜਿਹੜਾ ਪੁਰਬ ਹੈ, ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਮਨਾਉਣਾ ਆਰੰਭ ਹੋਇਆ। ਇੱਕ ਬੜੇ ਮਹਾਨ ਗੁਰਸਿੱਖ ਭਾਈ ਪਾਰੋ ਜੀ ਹੋਏ ਨੇ, ਜਿਨ੍ਹਾਂ ਨੂੰ ਪਰਮਹੰਸ ਦਾ ਖਿਤਾਬ ਗੁਰੂ ਅਮਰਦਾਸ ਜੀ ਨੇ ਬਖਸ਼ਿਆ ਸੀ। ਇਹ ਪਿੰਡ ਡੱਲੇ ਦੇ ਰਹਿਣ ਵਾਲੇ ਸੀ। ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਹੁਰਾ ਪਰਿਵਾਰ ਦੀ ਅੰਸ਼-ਵੰਸ਼ ਵਿੱਚੋਂ ਸਨ। ਭਾਵ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਸਹੁਰਾ ਸਾਹਿਬ ਨਰਾਇਣ ਦਾਸ ਜੀ, ਇਹਨਾਂ ਦੇ ਇਹ ਵੱਡੇ ਵਡੇਰੇ ਹੋਏ ਨੇ ਭਾਈ ਪਾਰੋ ਜੀ। ਤਾਂ ਉਹਨਾਂ ਨੇ ਇੱਕ ਵਾਰ ਬੇਨਤੀ ਕੀਤੀ ਸੀ ਵੀ ਮਹਾਰਾਜ, ਸਿੱਖ ਆਉਂਦੇ ਨੇ ਇੱਥੇ ਗੋਇੰਦਵਾਲ, ਇੱਕ ਨਗਰ ਦੀ ਸੰਗਤ ਆਈ, ਦਰਸ਼ਨ ਕਰਕੇ ਚਲੀ ਗਈ, ਫਿਰ ਦੂਜੇ ਨਗਰ ਦੀ ਸੰਗਤ ਆ ਗਈ, ਉਹ ਚਲੀ ਗਈ, ਤੀਜੇ ਨਗਰ ਦੀ ਸੰਗਤ ਆ ਗਈ। ਮਹਾਰਾਜ ਕੋਈ ਐਸੀ ਕਿਰਪਾ ਕਰੋ ਕਿ ਇੱਕ ਖਾਸ ਦਿਨ ਸਾਰੇ ਇਲਾਕਿਆਂ ਦੀ ਸੰਗਤ ਇਕੱਠੀ ਆਵੇ। ਤੇ ਮਹਾਰਾਜ ਗੁਰੂ ਅਮਰਦਾਸ ਜੀ ਨੇ ਇਹ ਗੱਲ ਮੰਨ ਲਈ, ਪ੍ਰਵਾਨ ਕਰ ਲਈ। ਸੰਗਤਾਂ ਦੇ ਨਾਮ ਹੁਕਮਨਾਮੇ ਲਿਖੇ ਤੇ ਗੁਰੂ ਅਮਰਦਾਸ ਜੀ ਦੀ ਹਯਾਤੀ ਦੇ ਵਿੱਚ ਗੋਇੰਦਵਾਲ ਦੀ ਧਰਤੀ ਤੇ ਬਹੁਤ ਵੱਡਾ ਵਿਸਾਖੀ ਦਾ ਮੇਲਾ ਲੱਗਿਆ। ਬਹੁਤ ਸੰਗਤ ਇਕੱਠੀ ਹੋਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਹੁਕਮਨਾਮੇ ਜਾਰੀ ਕੀਤੇ ਕਿ 30 ਮਾਰਚ 1699 ਦੀ ਈਸਵੀ ਨੂੰ ਸਿੱਖ ਇਕੱਠੇ ਹੋਣ, ਆਨੰਦਪੁਰ ਦੀ ਧਰਤੀ ਤੇ ਪਹੁੰਚਣ। ਤੇ ਮਹਾਰਾਜ ਜੀ ਦੀ ਬੇਨਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਜਿਹੜਾ ਹੁਕਮ ਸੀ ਉਹ ਖਾਲਸੇ ਦੇ ਤੱਕ ਪਹੁੰਚਿਆ। ਤੇ ਉੱਥੇ ਜ਼ਿਕਰ ਆਉਂਦਾ ਇਤਿਹਾਸਕ ਸਰੋਤਾਂ ਵਿੱਚ, ਕਵੀ ਸੈਨਾਪਤੀ ਜੀ ਲਿਖਦੇ ਨੇ ਕਿ ਵੈਸਾਖੀ ਕਾ ਦਰਸ ਭਇਓ, ਸਤਿਗੁਰ ਕੀਓ ਵਿਚਾਰ,
कियो प्रगट तब खालसा मिट गए सर्व जंजाल। ਤਾਂ ਜਦੋਂ ਬਹੁਤ ਵੱਡਾ ਇਕੱਠ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਹੱਥ ਵਿੱਚ ਲਿਸ਼ਕਾ ਮਾਰਦੀ ਸ਼ਮਸ਼ੀਰ ਲੈ ਕੇ ਆਏ ਕਿ ਕੋਈ ਸਾਡਾ ਸਿੱਖ ਉੱਠੇ, ਹੈ ਕੋਈ ਸਿੱਖ ਬੇਟਾ ਜੋ ਸੀਸ ਕਰੇ ਭੇਟਾ, ਸਾਨੂੰ ਇੱਕ ਸੀਸ ਦੀ ਲੋੜ ਹੈ। ਤਾਂ ਜਦੋਂ ਮਹਾਰਾਜ ਜੀ ਨੇ ਸਿਰ ਮੰਗਿਆ ਤਾਂ ਇੱਕ ਲਾਹੌਰ ਦਾ ਰਹਿਣ ਵਾਲਾ ਦਇਆ ਰਾਮ ਉਹ ਉੱਠਿਆ। ਇਹ ਵੀ ਇੱਕ ਬੜਾ ਵੱਡਾ ਕੌਤਕ ਸੀ। ਭਾਈ ਦਇਆ ਰਾਮ ਜੀ ਗੁਰੂ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਗਏ, ਬੇਨਤੀ ਕੀਤੀ, ਸਿਰ ਵਿਖਦੀ ਹੈ ਤੂੰ ਬੜੀ, ਤੂੰ ਅੰਮ੍ਰਿਤ ਦੀ ਖਾਣ, ਰੀਝੇ ਜੇ ਸਿਰ ਲੀਤਿਆਂ ਲੈ ਮੇਰੇ ਸੁਲਤਾਨ। ਐ ਮੇਰੇ ਪਾਤਸ਼ਾਹ, ਇਹ ਸਾਡਾ ਸਿਰ, ਇਹਦੇ ਵਿੱਚ ਤੇ ਪਤਾ ਨਹੀਂ ਕੀ ਕੂੜ ਕੁਵਾੜ ਵਿਸ਼ੇ ਵਿਕਾਰਾਂ ਦੀ ਜ਼ਹਿਰ ਭਰੀ ਪਈ ਹੈ। ਤੂੰ ਤਾਂ ਮੇਰੇ ਸਤਿਗੁਰੂ ਅੰਮ੍ਰਿਤ ਦੀ ਖਾਣ ਹੈ। ਜੇ ਤੂੰ ਸਿਰ ਲੈ ਕੇ ਪ੍ਰਸੰਨ ਹੋ ਜਾਵੇਂ ਤੇ ਸਾਡੇ ਲਈ ਇਹ ਸੌਦਾ ਕੋਈ ਮਹਿੰਗਾ ਨਹੀਂ। ਆ ਲਓ, ਸਾਡਾ ਸਿਰ ਹਾਜ਼ਰ ਹੈ। ਤੇ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ, ਕਿਉਂਕਿ ਇੱਥੇ ਬਹੁਤ ਵੱਡਾ ਇੱਕ ਤੰਬੂ ਲੱਗਿਆ ਹੋਇਆ ਸੀ ਜਿਹੜਾ 2.5 ਲੱਖ ਰੁਪਏ ਦਾ ਬਣਿਆ ਸੀ। 8 ਦਰਵਾਜ਼ੇ ਸਨ ਇਸ ਤੰਬੂ ਦੇ। ਕਾਬਲ ਤੋਂ ਇੱਕ ਸਿੱਖ ਤਿਆਰ ਕਰਾ ਕੇ ਲਿਆਇਆ ਸੀ। ਔਰੰਗਜ਼ੇਬ ਦੇ ਵਾਸਤੇ ਤੰਬੂ ਬਣ ਰਿਹਾ ਸੀ, ਕਾਰੀਗਰ ਲੱਗੇ ਹੋਏ। ਇਹ ਸਿੱਖ ਨੇ ਪੁੱਛਿਆ ਵੀ ਇਹ ਤੰਬੂ ਕਿਸ ਵਾਸਤੇ ਬਣ ਰਿਹਾ ਹੈ? ਕਹਿੰਦੇ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਵਾਸਤੇ। ਕਿੰਨਾ ਕੁ ਖਰਚ? ਕਹਿੰਦੇ 2 ਲੱਖ ਰੁਪਈਆ। ਤਾਂ ਉਸ ਸਿੱਖ ਨੇ 2.5 ਲੱਖ ਰੁਪਈਆ ਖਰਚ ਕਰਕੇ ਇਹ ਸੋਹਣਾ ਸਮਿਆਨਾ ਬਣਾ ਕੇ ਲਿਆਂਦਾ ਸੀ। ਉਹ ਕਾਬਲੀ ਤੰਬੂ ਲੱਗਿਆ ਹੋਇਆ ਆਨੰਦਪੁਰ ਦੀ ਧਰਤੀ ਤੇ। ਇੱਕ ਪਾਸੇ ਇੱਕ ਛੋਟਾ ਹੋਰ ਤੰਬੂ ਲੱਗਿਆ। ਭਾਈ ਦਇਆ ਸਿੰਘ ਜੀ ਨੂੰ ਗੁਰੂ ਸਾਹਿਬ ਮਹਾਰਾਜ ਉਸ ਤੰਬੂ 'ਚ ਲੈ ਗਏ। ਫੇਰ ਬਾਹਰ ਆਏ ਤੇ ਬਾਹਰ ਆ ਕੇ ਕਿਹਾ ਕਿ ਇੱਕ ਸਿਰ ਹੋਰ ਸਾਨੂੰ ਚਾਹੀਦਾ ਹੈ, ਉੱਠੋ ਕੋਈ ਸੂਰਮਾ। ਤਾਂ ਇਸ ਵਾਰ ਭਾਈ ਧਰਮਦਾਸ ਹਸਤਨਾਪੁਰ ਦਿੱਲੀ ਦੇ ਰਹਿਣ ਵਾਲੇ, ਉਹ ਮਹਾਰਾਜ ਜੀ ਦੇ ਸਨਮੁਖ ਆਏ ਤੇ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਜਿਸ ਦਿਨ ਸੀਸ ਨਿਵਾਇਆ ਭੇਟਾ ਹੋ ਗਿਆ ਸੀਸ, ਦਿੱਤਾ ਹੋਇਆ ਕੀ ਦਿਆਂ ਤੇਰਾ ਇਹ ਜਗਦੀਸ਼। ਧਰਮਦਾਸ ਜੀ ਕਹਿੰਦੇ ਮਹਾਰਾਜ ਅਸੀਂ ਤਾਂ ਜਦੋਂ ਤੈਨੂੰ ਨਮਸਕਾਰ ਕੀਤੀ ਸੀ ਨਾ, ਚਰਨਾਂ ਤੇ ਮੱਥਾ ਟੇਕਿਆ, ਸੀਸ ਤਾਂ ਉਦੋਂ ਹੀ ਸਾਡਾ ਭੇਟਾ ਹੋ ਗਿਆ ਸੀ। ਇਹ ਸਾਡਾ ਤੇ ਰੇ ਕੋਈ ਨਹੀਂ, ਤਾਂ ਤੇਰਾ ਹੋ ਗਿਆ ਸੀ, ਤੇ ਦਿੱਤਾ ਹੋਇਆ ਕੀ ਦਿਆਂ। ਮਹਾਰਾਜ ਇਹ ਸਿਰ ਤੁਹਾਡਾ ਹੀ ਹੈ, ਤੁਸੀਂ ਲੈ ਲਓ, ਹਾਜ਼ਰ ਹੈ। ਤੇ ਮਹਾਰਾਜ ਧਰਮਦਾਸ ਜੀ ਨੂੰ ਵੀ ਤੰਬੂ 'ਚ ਲੈ ਗਏ। ਤੇ ਫਿਰ ਮਹਾਰਾਜ ਤੀਜੀ ਵਾਰ ਫਿਰ ਆਏ। ਫਿਰ ਆ ਕੇ ਕਿਹਾ ਇੱਕ ਸੀਸ ਹੋਰ। ਤਾਂ ਇਸ ਵਾਰ ਹਿੰਮਤ ਰਾਏ ਜੀ ਜਗਨਨਾਥਪੁਰੀ ਤੋਂ ਉਹ ਹਾਜ਼ਰ ਹੋਏ। ਉਹਨਾਂ ਨੇ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕਿਹਾ, ਨਿਉ ਕੇ ਸਿਰ ਜਗ ਆਇਆ ਝੁਕਿਆ ਦੁਆਰੋ ਦੁਆਰ, ਇਹ ਵਡਭਾਗੀ ਜੇ ਝੁਕੇ ਆਗੈ ਤੈਂ ਤਲਵਾਰ। ਮਹਾਰਾਜ ਜਗਤ ਵਿੱਚ ਦੁਨੀਆ ਵਿੱਚ ਪਤਾ ਨਹੀਂ ਕਿੱਥੇ ਕਿਤੇ ਸਿਰ ਝੁਕਦਾ ਹੈ, ਪਰ ਇਹ ਸਿਰ ਝੁਕਿਆ ਤੁਹਾਡੀ ਸ਼ਰਨ ਵਿੱਚ ਹੀ ਪ੍ਰਵਾਨ ਹੈ। ਤੁਹਾਡੀ ਤੇਗ ਦੇ ਅੱਗੇ ਮੇਰਾ ਸਿਰ ਝੁਕੇ, ਇਹ ਤਾਂ ਮੇਰੇ ਲਈ ਮਾਣ ਵਾਲੀ ਗੱਲ ਹੈ। ਤੇ ਮਹਾਰਾਜ ਹਿੰਮਤ ਰਾਏ ਜੀ ਨੂੰ ਵੀ ਉਸ ਛੋਟੇ ਤੰਬੂ 'ਚ ਲੈ ਗਏ। ਫਿਰ ਬਾਹਰ ਆਏ, ਆ ਕੇ ਫਿਰ ਵਚਨ ਕੀਤਾ ਇੱਕ ਸੀਸ ਹੋਰ। ਇਸ ਵਾਰ ਮੋਕਮ ਚੰਦ ਨਾਮ ਦਾ ਵਿਅਕਤੀ
ਨਾਮਾਵੰਸ਼ੀ ਜਾਤ ਵਿੱਚੋਂ ਦੁਆਰਕਾ ਦਾ ਰਹਿਣ ਵਾਲਾ ਉਹ ਆਇਆ ਤੇ ਕਹਿੰਦਾ, ਪਾਤਸ਼ਾਹ ਜੀ ਲਓ ਸੀਸ ਤੇ ਖਿਮਾ ਕਰਿਓ ਕਿ ਇੰਨੀ ਦੇਰ ਲਾ ਕੇ ਤੇਰਾ ਤੈਨੂੰ ਦੇਣ ਆਇਆ। ਖਿਮਾ ਕਰਿਓ, ਇੰਨੀ ਦੇਰ ਲਾ ਕੇ ਤੈਨੂੰ ਤੇਰਾ ਅਰਪਣ ਆਇਆ। ਉਹਨੇ ਹੱਥ ਜੋੜ ਬੇਨਤੀ ਕੀਤੀ, ਤੇਰੀ ਧੁਰੋਂ ਅਮਾਨ, ਜੋ ਕੁਝ ਮੇਰੇ ਪਾਸ ਹੈ ਮਿਲਦਾ ਸੁਖ ਮਹਾਨ, ਮਾਲ ਅਮਾਨਤ ਦਿੱਤੇ ਆ। ਤੇ ਮਹਾਰਾਜ ਜੀ ਨੇ ਮੋਹਕਮ ਚੰਦ ਨੂੰ ਵੀ ਨਾਲ ਲਿਆ, ਤੰਬੂ 'ਚ ਲੈ ਗਏ। ਸੰਗਤ ਹੈਰਾਨ ਹੈ। ਮਹਾਰਾਜ ਜੀ ਨੇ ਫਿਰ ਸ਼ਮਸ਼ੀਰ ਲਹਿਰਾ ਕੇ ਆਖਿਆ, ਇੱਕ ਸਿਰ ਹੋਰ। ਤਾਂ ਹੁਣ ਬਿਦਰ ਦੀ ਧਰਤੀ ਦੇ ਰਹਿਣ ਵਾਲੇ ਸਾਹਿਬ ਚੰਦ ਜੀ ਉੱਠੇ, ਹੱਥ ਜੋੜ ਮਹਾਰਾਜ ਨੂੰ ਬੇਨਤੀ ਕੀਤੀ, ਧੁਰ ਤੋਂ ਉਸ ਨਕਾਸ਼ ਨੇ ਨਕਸ਼ਾ ਕੀਤਾ ਤਿਆਰ, ਸਿਰ ਝੁਕਿਆ ਮੇਰਾ ਰਹੇ ਹੇਠਾਂ ਤੁਧ ਤਲਵਾਰ। ਮਹਾਰਾਜ ਤੁਹਾਡੀ ਤੇਗ ਦੇ ਅੱਗੇ, ਤੁਹਾਡੀ ਸ਼ਕਤੀ ਦੇ ਅੱਗੇ ਸੀਸ ਝੁਕਿਆ ਪ੍ਰਵਾਨ ਹੋ ਜਾਂਦਾ ਹੈ। ਤਾਂ ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੇ ਉਹਨਾਂ ਪੰਜਾਂ ਨੂੰ ਸੋਹਣੇ ਵਸਤਰ ਪਹਿਨਾ ਕੇ, ਸਤਿਗੁਰੂ ਮਹਾਰਾਜ ਜੀ ਨੇ ਸੋਹਣਾ ਸਰੂਪ ਬਖਸ਼ ਕੇ, ਤੇ ਫਿਰ ਗੁਰੂ ਸਾਹਿਬ ਜੀ ਨੇ ਬਾਟਾ ਮੰਗਵਾਇਆ, ਉਸ ਵਿੱਚ ਜਲ ਪਾਇਆ। ਮਾਤਾ ਜੀਤੋ ਜੀ ਨੇ ਪਤਾਸੇ ਪਾਏ ਤੇ ਇਹਨਾਂ ਪੰਜਾਂ ਨੂੰ, ਸੀਸ ਅਰਪਣ ਕਰਨ ਵਾਲਿਆਂ ਨੂੰ ਮਹਾਰਾਜ ਜੀ ਨੇ ਕਿਹਾ, ਇਹ ਮੇਰੇ ਪੰਜ ਪਿਆਰੇ ਨੇ। ਤੇ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੇ ਇਹਨਾਂ ਨੂੰ ਜੋ ਇਹ ਸੋਹਣਾ ਸਰੂਪ ਬਖਸ਼ਿਆ ਨਾ, ਇੱਕ ਭਾਈ ਮੰਗਲ ਸਿੰਘ ਜੀ ਹੋਏ ਨੇ ਵਿਦਵਾਨ ਸੱਜਣ, ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਜੀਵਨੀ ਲਿਖੀ ਆ। ਉਹਦੇ ਵਿੱਚ ਜ਼ਿਕਰ ਕੀਤਾ ਹੈ, ਪੰਜ ਕਕਾਰ ਸਿੰਘ ਪਹਿਰਾਏ, ਲੱਕ ਨਾਲ ਕਿਰਪਾਨ ਸੁਹਾਏ, ਤੇੜ ਕਛਹਿਰਾ ਹੱਥੀਂ ਕੜਾ, ਕੰਗਾ ਕੇਸਾਂ ਦੇ ਵਿੱਚ ਧਰਾ, ਮੁਖ ਪਰ ਅਚਰਜ ਨੂਰ ਸੁਹਾਵੈ, ਮੋਹਰ ਗੁਰਾਂ ਦੀ ਅਤ ਛੱਬ ਪਾਵੈ। ਤੇ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੇ ਇਹਨਾਂ ਪੰਜਾਂ ਦੇ ਕੋਲੋਂ ਇਹ ਮਹਾਨ ਸੇਵਾ ਲਈ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੇ ਇਹਨਾਂ ਨੂੰ ਖੰਡੇ ਕੀ ਪਹੁਲ ਛਕਾਈ, ਤਿਆਰ ਬਰ ਤਿਆਰ ਖਾਲਸਾ ਸਾਜ ਦਿੱਤਾ। ਤੇ ਇਹ ਜਿਹੜੇ ਗੁਰਸਿੱਖ ਸਨ, ਇਹਨਾਂ ਦੇ ਵੀ ਉੱਤਮ ਬਹੁਤ ਵੱਡੇ ਭਾਗ ਸਨ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਕੋਲੋਂ ਇਹ ਮਹਾਨ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ। ਬਾਣੀ ਵਿੱਚ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ, ਜਾਕੋ ਗੁਰ ਦੀਨੋ ਇਹ ਅੰਮ੍ਰਿਤ ਤਿਸ ਹੀ ਕੋ ਬਨ ਆਵੈ, ਜਾਕੋ ਆਇਓ ਏਕ ਰਸਾ, ਖਾਨ ਪਾਨ ਆਨ ਨਹੀਂ ਖੁਦਿਆ, ਤਾਕੈ ਚਿੱਤ ਨ ਬਸਾ। ਮੌਲਿਓ ਮਨ ਤਨ ਹੋਇਓ ਹਰਿਆ, ਏਕ ਸ਼ਬਦ ਏਕ ਬੂੰਦ ਜਿਨ ਪਾਈ, ਬਰਨ ਨ ਸਾਕੋ ਉਸਤ ਤਾਕੀ ਕੀਮਤ ਕਹਿਣ ਨਾ ਜਾਈ। ਇਹ ਗੁਰੂ ਮਹਾਰਾਜ ਸੱਚੇ ਪਿਤਾ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਉਹਨਾਂ ਪੰਜਾਂ ਨੂੰ ਸੋਹਣਾ ਸਰੂਪ ਬਖਸ਼ਿਸ਼ ਕੀਤਾ। ਤੇ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਦੇ ਜੋ ਵਚਨ ਸਨ ਖਾਲਸੇ ਦੇ ਪ੍ਰਤੀ, ਕਿ ਹਉ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੂੰਦੇਰੋ। ਤੇ ਮਹਾਰਾਜ ਜੀ ਦੇ ਇਸ ਕੌਤਕ ਦੇ ਪ੍ਰਤੀ, ਉਪਦੇਸ਼ ਦੇ ਪ੍ਰਤੀ ਇਤਿਹਾਸਕ ਗ੍ਰੰਥਾਂ ਵਿੱਚ ਇਹ ਬਚਨ ਪੜ੍ਹਨ ਸੁਣਨ ਨੂੰ ਮਿਲਦੇ ਨੇ। ਕੀਏ ਜਦ ਬਚਨ ਸਤਿਗੁਰ ਕਾਰਨ ਕਰਨ, ਸਰਬ ਸੰਗਤ ਆਦ ਅੰਤ ਮੇਰਾ ਖਾਲਸਾ। ਮਾਨੇਗਾ ਹੁਕਮ ਸੋ ਤੋ ਹੋਵੇਗਾ ਸਿੱਖ ਸਹੀ,
ना मानेगा वचन सो तो होवेगा बेहालसा। पांचों की संगत तज, पंज विकारां दी, पांचों की संगत तज, संगत सो प्रीत करे। दया ओ धर्म धारे, त्यागे सब लालसा। हुक्का ना पीवे, केस दाढ़ी ना मुंडावे। सो वाहिगुरु 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 जी का खालसा। महाराज जी कहते ये वाहिगुरु जी का खालसा है। ते गुरु साहब सच्चे पिता महाराज जी ने ये अमर दी दात उन्हां पंजां नूं दित्ती ते उन्हां दे नाम दे नालों राम, चंद, दास, राए ये सब कुछ हटा के सिंह शब्द बख्शिश किया। दया राम तो दया सिंह बना दिता। धर्म चंद नूं धर्म सिंह बना दिता। हिम्मत राय नूं हिम्मत सिंह बना दिता। मोहकम चंद नूं मोहकम सिंह बना दिता। साहिब चंद नूं साहिब सिंह बना दिता कि ये मेरे पंज प्यारे ने। देखो इन्हां पंजां नूं भी महाराज जी ने बड़ा मान बख्शिया। जदों नदेड़ की धरती ते गुरु साहब महाराज अपना अंतला समा बिताउंदे ने, उदों गुरु साहब जी ने बचन कीते सन कि मैनू माण है अपने सिखां ते कि ये मेरे पिता गुरु तेग बहादुर साहब जी की कुर्बानी नूं नहीं भुल्लणगे। जे भुल जाणगे असीं बर्दाश्त कर लवांगे। मैनू पता ये सिख मेरी माता माता गुजरी जी की शहादत नूं कदे नहीं भुल्लणगे। भुल जाणगे मैं बर्दाश्त कर लवांगा। मेरे ये सिख मेरे चार साहिबजादियां की शहादत नूं कदे नहीं भुलाउणगे, पर जे भुल जाणगे मैं बर्दाश्त कर लवांगा। पर खालसा जी साडा ये हुक्म है कि पंज प्यारियां की कुर्बानी नूं ना भुल जाओ। ते महाराज जी ने एक पक्का नेम बना दिता कि जदों कड़ाह प्रसाद सज के गुरु दरबार च आउंदी है, अरदास तो उपरंत किरपान भेंट करके मेरे पंज प्यारियां दा गफ्फा कढ़िया जावे। अज जदों वो सिख गफ्फा कढ़दा, पहला गफ्फा कढ़दा ते वो प्रसाद वरताउण वाले की ड्यूटी हुंदी है कि वह पहला गफ्फा कढ़ के याद करे प्यारे भाई दया सिंह जी। दूजा गफ्फा कढ़े याद करे प्यारे भाई धर्म सिंह जी। तीजा गफ्फा कढ़े याद करे प्यारे भाई हिम्मत सिंह जी। चौथा गफ्फा कढ़े याद करे प्यारे भाई मोहकम सिंह जी। पंजवां गफ्फा कढ़े याद करे प्यारे भाई साहिब सिंह जी। ये पंजां नूं माण बख्शिया गुरु ने। उन्हां पंजां तो जिन्हां होर पंजां ने बाद विच अमृत छकिया सी, उन्हां नूं महाराज जी ने पंज मुक्ते का खिताब बख्शिया होया। इस तरह गुरु साहब जी का एक खालसा साजिया ते जिहदी बहुत महान शोभा है, वडियाई है। ये जिहड़ी अमृत की शक्ति है ना, देखो जदों बाबा बंदा सिंह बहादुर जी ने सरहंद की इट दे नाल इट खड़काई तां सिखां ने आके बाबा बंदा सिंह जी नूं बधाई दिती। तां बाबा बंदा सिंह जी बहादुर आखण लगे, ओ भाई गुरसिखो, इकल्ला बंदा वजीर खान दे नाल भला किवें टकरा सकदा है? महाराज जी ने तां किरपा कीती मेरे ते। गोदावरी दे कंढे बैठे विरागी नूं गुरु गोबिंद सिंह जी ने इतिहास सुनाया ते अमृत दीयां घुट्टां पिलाईयां, थापड़ा दिता, तां सरहंद फतेह होई है। खालसा जी ये अमृत दी शक्ति ने सरहंद फतेह कीती है। खालसा राज स्थापित होया है गुरु दे बख्शे खंडे बाटे दी पहल दे सदका। ते गुरु साहब सच्चे पिता महाराज जी ने पंज ककार
ਆਪਣੇ ਗੁਰਸਿੱਖਾਂ ਨੂੰ ਪਹਿਨਾਏ ਕੇਸ। ਇਹ ਅਕਾਲ ਪੁਰਖ ਦੀ ਦਾਤ ਕਿ ਇਹਨਾਂ ਨੂੰ ਸਾਬਤ ਸੂਰਤ ਰੱਖਣਾ, ਤੇ ਫਿਰ ਇਹਨਾਂ ਕੇਸਾਂ ਦੀ ਸਾਂਭ ਸੰਭਾਲ ਵਾਸਤੇ ਕੰਘਾ ਬਖਸ਼ਿਸ਼ ਕੀਤਾ। ਤੇ ਮਹਾਰਾਜ ਜੀ ਨੇ ਇਹ ਸੋਹਣੀ ਸ੍ਰੀ ਸਾਹਿਬ ਬਖਸ਼ਿਸ਼ ਕੀਤੀ, ਕਿਰਪਾਨ ਬਖਸ਼ਿਸ਼ ਕੀਤੀ। ਹੱਥ ਵਿੱਚ ਮਹਾਰਾਜ ਜੀ ਨੇ ਸੋਹਣਾ ਕੜਾ ਬਖਸ਼ਿਸ਼ ਕੀਤਾ। ਉੱਚੇ ਆਚਰਨ ਦੀ ਨਿਸ਼ਾਨੀ ਕਛਹਿਰਾ ਪਹਿਨਣ ਦਾ ਹੁਕਮ ਗੁਰੂ ਸਾਹਿਬ ਜੀ ਨੇ ਕੀਤਾ। ਦੇਖੋ ਇਹ ਜਿਹੜੇ ਕਕਾਰ ਸੀ, ਇਹ ਵੀ ਤਾਂ ਦੇਖੋ ਕੇਸ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਿਤਾ ਜੀ ਨੇ ਹੀ ਹੁਕਮ ਕਰ ਦਿੱਤਾ ਸੀ ਵੀ ਕੇਸ ਨਹੀਂ ਕਟਾਉਣੇ। ਤੇ ਜੇ ਕੇਸ ਸਿੱਖ ਰੱਖਦੇ ਸੀ ਤੇ ਸਾਫ ਸਫਾਈ ਵਾਸਤੇ ਕੰਘਾ ਵੀ ਤਾਂ ਧਾਰਨ ਉਹਨਾਂ ਨੇ ਕੀਤਾ ਹੋਇਆ ਹੀ ਸੀ। ਤੇ ਕੰਗਣ ਆਦਿਕ ਵੀ, ਕੜੇ ਆਦਿਕ ਵੀ ਪਹਿਨਦੇ ਤੇ ਉਚੇਚੇ ਤੌਰ ਤੇ ਗੁਰੂ ਸਾਹਿਬ ਜੀ ਨੇ ਮਹਾਨ ਇਹ ਬਖਸ਼ਿਸ਼ ਕੀਤੀ। ਤੇ ਕਛਹਿਰਾ ਵੀ ਸਿੱਖ ਜ਼ਰੂਰ ਪਹਿਲਾਂ ਤੋਂ ਹੀ ਪਹਿਨਦੇ ਹੋਣਗੇ। ਇੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਥਾਨ ਹੈ ਭਾਈ ਕੀ ਡਰੌਲੀ, ਜਿੱਥੇ ਮਹਾਰਾਜ ਜੀ ਦੇ ਸਾਂਢੂ ਸਾਹਿਬ ਰਹਿੰਦੇ ਸੀ। ਉੱਥੇ ਗੁਰੂ ਸਾਹਿਬ ਦੀਆਂ ਕੁਝ ਨਿਸ਼ਾਨੀਆਂ, ਉਹਨਾਂ ਵਿੱਚ ਇੱਕ ਗੁਰੂ ਹਰਗੋਬਿੰਦ ਸਾਹਿਬ ਦਾ ਕਛਹਿਰਾ ਵੀ ਪਿਆ। ਛੇਵੇਂ ਪਾਤਸ਼ਾਹ ਵੀ ਕਛਹਿਰਾ ਪਹਿਨਿਆ ਕਰਦੇ ਸੀ। ਸੋ ਕਹਿਣ ਦਾ ਭਾਵ, ਜਿਹੜੀ ਗੱਲ ਅਸੀਂ ਆਰੰਭ ਵਿੱਚ ਕੀਤੀ ਹੈ ਵੀ ਇਹ ਖਾਲਸਾ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਗਟ ਕੀਤਾ, ਇਹਦਾ ਜਿਹੜਾ ਸੰਕਲਪ ਸੀ ਉਹ ਗੁਰੂ ਨਾਨਕ ਸਾਹਿਬ ਜੀ ਨੇ ਤਿਆਰੀ ਪਹਿਲਾਂ ਤੋਂ ਹੀ ਆਰੰਭ ਕਰ ਦਿੱਤੀ ਹੋਈ ਸੀ। ਤੇ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਸਿੱਖ ਨੇ ਕੇਸਾਂ ਨੂੰ ਬਹੁਤ ਪਿਆਰ ਕਰਨਾ। ਸਿੱਖ ਦਾ ਕੇਸਾਂ ਦੇ ਨਾਲ ਕਿੰਨਾ ਕੁ ਪਿਆਰ ਹੈ, ਇਹਦੇ ਪ੍ਰਤੀ ਬਹੁਤ ਸੋਹਣੀਆਂ ਉਦਾਹਰਨਾਂ ਇਤਿਹਾਸ ਵਿੱਚੋਂ ਮਿਲ ਜਾਂਦੀਆਂ ਨੇ। ਇੱਕ ਦਿਨ ਭਾਈ ਨੰਦ ਲਾਲ ਜੀ ਨੇ ਮਹਾਰਾਜ ਨੂੰ ਤੱਕਿਆ ਕਿ ਗੁਰੂ ਸਾਹਿਬ ਜੀ ਕੇਸ਼ੀ ਇਸ਼ਨਾਨ ਕਰਕੇ ਕੇਸ ਹਰੇ ਕਰ ਰਹੇ, ਸੋਹਣੇ ਕੇਸਾਂ ਨੂੰ ਤੱਕਿਆ ਤਾਂ ਨੰਦ ਲਾਲ ਜੀ ਕਹਿ ਉੱਠੇ ਕਿ ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰੇ ਮਾਂ, ਬਰ ਦੋ ਆਲਮ ਕੀਮਤੇ ਯਕ ਤਾਰ ਮੁਏ ਯਾਰ ਮਾਂ। ਅਸੀਂ ਕੋਈ ਕੱਪੜਾ ਦੇਖਦੇ ਹਾਂ ਨਾ, ਅਸੀਂ ਕਹਿੰਦੇ ਵੀ ਇਹਦਾ ਕਿੰਨਾ ਵਾਰ ਹੈ। ਤੇ ਜੇ ਦਰਜੀ ਨੂੰ ਵੀ ਪੁੱਛੀਏ ਵੀ ਮੈਂ ਆਪਣਾ ਪੁਸ਼ਾਕ ਤਿਆਰ ਕਰਾਉਣੀ ਹੈ ਤਾਂ ਕਿੰਨਾ ਕੱਪੜਾ ਲੱਗੇਗਾ, ਉਹ ਕਈ ਵਾਰ ਫਿਰ ਦੇਖ ਕੇ ਅੰਦਾਜ਼ਾ ਲਾ ਕੇ ਕਹਿੰਦਾ ਵੀ ਜੇ ਤੇ ਛੋਟੇ ਵਰ ਦਾ ਹੋਇਆ ਤੇ 5.5 ਮੀਟਰ ਲੈ ਆਓ, 6 ਮੀਟਰ ਲੈ ਆਓ, ਤੇ ਜੇ ਵੱਡੇ ਵਰ ਦਾ ਹੈ ਤੇ ਉਹ 4 ਮੀਟਰ ਲੈ ਆਓ ਵਰ। ਅਸੀਂ ਕਹਿੰਦੇ ਵੀ ਇਹਦਾ ਵਰ ਕਿੰਨਾ ਚੌੜਾ ਹੈ। ਤੇ ਨੰਦ ਲਾਲ ਜੀ ਕਹਿੰਦੇ ਮੇਰੇ ਗੁਰੂ ਦੇ ਸੋਹਣੇ ਕੇਸ ਦਾ ਵਰ ਕਿੰਨਾ ਕਾ, ਕਹਿੰਦੇ ਬਰ ਦੋ ਆਲਮ, ਕਿ ਮੇਰੇ ਗੁਰੂ ਦੇ ਕੇਸ ਦਾ ਵਰ ਇੰਨਾ ਵੀ 2 ਜਹਾਨਾਂ ਤੱਕ ਚੌੜਾ ਹੈ। ਇਹ ਦੀਨ ਤੇ ਦੁਨੀ, ਇਹ ਮੇਰੇ ਗੁਰੂ ਦੇ ਇੱਕ ਕੇਸ ਦੀ ਤਾਰ ਦੀ ਕੀਮਤ ਹੈ ਵੀ ਇਨ ਦੀਨ ਤੇ ਦੁਨੀ ਮੈਂ ਦੋਵੇਂ ਆਪਣੇ ਗੁਰੂ ਦੇ ਮੁਬਾਰਕ ਕੇਸ ਤੋਂ ਕੁਰਬਾਨ ਕਰਨ ਵਾਸਤੇ ਤਿਆਰ ਹੈ। ਜਦੋਂ ਗੁਰੂ ਸਾਹਿਬ ਜੀ ਭੰਗਾਣੀ ਦੀ ਜੰਗ ਜਿੱਤ ਲੈਂਦੇ ਨੇ, ਫਤਿਹ ਹੋ ਜਾਂਦੀ ਹੈ, ਮਹਾਰਾਜ ਇੱਕ ਵੱਡੀ ਸਾਰੀ ਸਿੱਲ ਦੇ ਉੱਤੇ ਪੱਥਰ ਦੇ ਟੁਕੜੇ ਤੇ ਬੈਠੇ ਨੇ ਤੇ ਮਹਾਰਾਜ ਕੇਸਾਂ ਨੂੰ ਕੰਘਾ ਕਰ ਰਹੇ ਨੇ। ਪੀਰ ਬੁੱਧੂ ਸ਼ਾਹ ਜੀ ਆਏ, ਜੰਗ ਵਿੱਚ 2 ਪੁੱਤ ਸ਼ਹੀਦ ਹੋ ਗਏ ਸੀ ਪੀਰ ਬੁੱਧੂ ਸ਼ਾਹ ਦੇ। ਮਹਾਰਾਜ ਜੀ ਆਖਣ ਲੱਗੇ ਪੀਰ ਬੁੱਧੂ ਸ਼ਾਹ, ਪੀਰ ਜੀ ਤੁਸੀਂ ਸਾਡੇ ਲਈ ਬੜੀ ਵੱਡੀ ਕੁਰਬਾਨੀ ਕੀਤੀ ਹੈ, ਮੰਗੋ ਤੁਹਾਨੂੰ ਕੀ ਬਖਸ਼ੀਏ। ਤਾਂ ਪੀਰ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਆਹ ਕੇਸਾਂ ਦੇ ਸਮੇਤ ਕੰਘਾ ਮੈਨੂੰ ਬਖਸ਼ਿਸ਼ ਕਰ ਦਿਓ। 2 ਪੁੱਤ ਸ਼ਹੀਦ ਕਰਵਾ ਕੇ ਗੁਰੂ ਕੋਲੋਂ ਮੰਗਿਆ ਕਿ ਕੇਸਾਂ ਸਮੇਤ ਕੰਘਾ, ਕੇਸ ਗੁਰੂ ਦੀ ਨਿਸ਼ਾਨੀ। ਇਹ ਗੁਰੂ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਹੈ। ਸਤਿਗੁਰੂ ਮਹਾਰਾਜ ਜੀ ਦਾ ਇੱਕ ਹੁਕਮਨਾਮਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ
ਜਿਹਦੇ ਇਹ ਬੋਲ ਹਨ ਕਿ ਇੱਕ ਓੰਕਾਰ ਸਤਿਗੁਰੂ ਜੀ ਸਹਾਏ, ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ। ਤੁਸਾਂ ਉੱਤੇ ਸਾਡੀ ਬਹੁਤ ਖੁਸ਼ੀ ਹੈ। ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੇਸ ਰੱਖਣੇ ਇਹ ਸਾਡੀ ਮੋਹਰ ਹੈ। ਕੇਸ ਰੱਖਣੇ ਇਹ ਸਾਡੀ ਮੋਹਰ ਹੈ। ਕੱਛ ਕਿਰਪਾਨ ਦਾ ਵਿਸਾਖ ਕਰਨਾ ਨਹੀਂ, ਸਰਬ ਲੋ ਦਾ ਕੜਾ ਹੱਥ ਰੱਖਣਾ। ਸਿੱਖ ਸੋਨੇ ਦਾ ਕੜਾ ਪਾਵੇ, ਕੋਈ ਮਨਾਹੀ ਨਹੀਂ, ਪਾ ਜੀ ਸਦਕੇ ਪਾ। ਇੱਕ ਦੀ ਥਾਂ 2 ਸੋਨੇ ਦੇ ਕੜੇ ਪਾ ਲੈ, ਪਰ ਜਿਹੜਾ ਕੜਾ ਗੁਰੂ ਨੇ ਬਖਸ਼ਿਆ ਨਾ, ਸਰਬ ਲੋ ਦਾ ਕੜਾ, ਇਹ ਜ਼ਰੂਰ ਹੱਥ ਰੱਖਣਾ। ਇਹ ਨਾ ਹੋਵੇ ਕਿ ਗੁਰੂ ਦਾ ਬਖਸ਼ਿਆ ਸਰਬ ਲੋਹ ਵਾਲਾ ਕੜਾ ਲਾ ਦੇਵੇਂ ਤੇ ਸੋਨੇ ਦੇ ਕੜੇ ਪਹਿਨੀ ਰੱਖੇ। ਤੇ ਫਿਰ ਨਾਲ ਬਚਨ ਕੀਤਾ, ਸਰਬ ਲੋਹ ਦਾ ਕੜਾ ਹੱਥ ਰੱਖਣਾ, ਦੋਨੋਂ ਵਕਤ ਕੇਸਾਂ ਦੀ ਪਾਲਣਾ ਕੰਘੇ ਸੋ ਕਰਨੀ। ਸਰਬੱਤ ਸੰਗਤ ਅਪਾਖਿਆ ਦਾ ਕੁੱਠਾ ਮਾਸ ਖਾਵੈ ਨਾਹੀ, ਤਮਾਕੂ ਨਾ ਵਰਤਣਾ। ਕੰਨਿਆ ਮਾਰਨ ਵਾਲੇ ਸੇ ਮੇਲ ਨਾ ਰੱਖੋ। ਇਹ ਗੁਰੂ ਮਹਾਰਾਜ ਜੀ ਨੇ ਖਾਲਸੇ ਨੂੰ ਰਹਿਤ ਬਹਿਤ ਸਮਝਾਈ। 4 ਕੁਰੈਤਾਂ ਸਮਝਾਈਆਂ ਕਿ ਕੇਸਾਂ ਦੀ ਬੇਅਦਬੀ ਕਰਨੀ, ਕੁੱਠਾ ਖਾਣਾ, ਪਰ ਇਸਤਰੀ ਜਾਂ ਪਰਸ਼ ਪੁਰਸ਼ ਦਾ ਗਮਨ, ਤਮਾਕੂ ਦਾ ਵਰਤਣਾ, ਇਹ ਕੁਰੈਤਾਂ ਨੇ। ਇਹ ਕੁਝ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ। ਇਸ ਕਰਕੇ ਗੁਰੂ ਸਾਹਿਬ ਮਹਾਰਾਜ ਦਾ ਬਚਨ ਮੰਨ ਕੇ ਸਾਨੂੰ ਇਹ ਕੇਸ ਸੰਭਾਲਣੇ ਚਾਹੀਦੇ ਨੇ। ਅੱਜ ਕਿਉਂ, ਕਿਵੇਂ, ਕਾਹਦੇ ਲਈ, ਇਸ ਯੁੱਗ ਦੀ ਇਹ ਬਹੁਤ ਪ੍ਰਬਲ ਰੁਚੀ ਬਣ ਗਈ। ਬੜੇ ਸਵਾਲ ਸ਼ੰਕੇ, ਕਿਉਂ ਅਤੇ ਕਿਵੇਂ ਦੀ ਜਦੋਂ ਪੂਰਤੀ ਨਹੀਂ ਨਾ ਹੁੰਦੀ, ਤਸੱਲੀ ਬਖਸ਼ ਜਦੋਂ ਕਿਸੇ ਦੇ ਸਵਾਲ ਦਾ ਉੱਤਰ ਨਾ ਦਿੱਤਾ ਜਾਵੇ, ਤਾਂ ਉਹ ਸਵਾਲ ਕਰਨ ਵਾਲਾ ਨਿਰਾਸ਼ਤਾ ਦੇ ਵਿੱਚ ਚਲਾ ਜਾਂਦਾ ਹੈ। ਨਿਰਾਸ਼ਤਾ ਉਤਸ਼ਾਹ ਨੂੰ ਮੱਠਾ ਪਾ ਦਿੰਦੀ ਹੈ। ਉਤਸ਼ਾਹ ਤੋਂ ਬਿਨਾਂ ਜੀਵਨ ਬੋਝਲ ਬਣ ਜਾਂਦਾ ਹੈ। ਜੇ ਸਵਾਲ ਦਾ ਜਵਾਬ ਨਾ ਮਿਲੇ, ਮਨ ਦੀ ਘੁੰਡੀ ਸੁਲਝੇ ਨਾ, ਤੇ ਇਹ ਮਨੁੱਖ ਦੇ ਮਨ 'ਚ ਬਹੁਤ ਗਲਤ ਸਵਾਲ ਵੀ ਪੈਦਾ ਕਰ ਦਿੰਦੀ ਹੈ। ਇੱਕ ਬੜੀ ਵਧੀਆ ਘਟਨਾ ਹੈ। ਕਹਿੰਦੇ ਇੱਕ ਬੀਬੀ ਚਰਖੇ ਨਾਲ ਰੂੰ ਕੱਤਿਆ ਕਰਦੀ ਸੀ। ਇੱਕ ਦਿਨ ਉਸਨੇ ਰੂੰ ਦੇ ਨਾਲ ਭਰੀਆਂ ਊਠ ਗੱਡੀਆਂ ਦਾ ਕਾਫਲਾ ਵੇਖਿਆ। ਉਹ ਪਰੇਸ਼ਾਨ ਹੋ ਗਈ, ਕਹਿੰਦੀ ਹਾਏ ਇੰਨੀ ਰੂੰ ਕੋਈ ਕਿਵੇਂ ਕੱਤੇਗਾ, ਹਾਏ ਇੰਨੀ ਰੂੰ ਕੋਈ ਕਿਵੇਂ ਕੱਤੇਗਾ। ਬੋਝ ਪਾ ਲਿਆ, ਬੇਹੋਸ਼ ਹੋ ਕੇ ਡਿੱਗ ਪਈ। ਇੱਕ ਸਿਆਣੇ ਵੈਦ ਨੇ ਇਲਾਜ ਕਰਨ ਵਾਸਤੇ ਉਹ ਆਇਆ ਤੇ ਉਹਨੇ ਪੁੱਛਿਆ ਵੀ ਇਹ ਮਾਈ ਜਦੋਂ ਬੇਹੋਸ਼ ਹੋਈ ਹੈ ਇਹਨੇ ਕੀ ਵੇਖਿਆ ਸੀ ਤੇ ਕੀ ਕਿਹਾ ਸੀ। ਜਦੋਂ ਉਹਨੂੰ ਦੱਸਿਆ ਗਿਆ ਵੀ ਇਹ ਰੂੰ ਕੱਤਦੀ ਹੈ, ਇਹਦਾ ਕੰਮਕਾਰ, ਇਹਦੀ ਕਿਰਤੀ ਇਹ ਹੈ, ਇਹਨੇ ਰੂੰ ਦੀਆਂ ਭਰੀਆਂ ਹੋਈਆਂ ਗੱਡੀਆਂ ਜਾਂਦੀਆਂ ਵੇਖੀਆਂ, ਤਾਂ ਉਹ ਵੈਦ ਸਾਰੀ ਗੱਲ ਸਮਝ ਗਿਆ। ਉਹ ਕਹਿੰਦਾ ਵੀ ਤੁਸੀਂ ਨਾ ਇਉਂ ਆਖੋ ਵੀ ਇਸ ਮਾਈ ਦੇ ਕੋਲੇ ਇਹ ਰੌਲਾ ਪਾਓ ਕਿ ਉਹ ਤਾਂ ਸਾਰੀ ਰੂੰ ਸੜ ਕੇ ਸੁਆਹ ਹੋ ਗਈ, ਜਿਹੜੀਆਂ ਭਰੀਆਂ ਹੋਈਆਂ ਗੱਡੀਆਂ ਸੀ ਰੂੰ ਦੀਆਂ, ਉਹ ਤਾਂ ਸਾਰੀ ਰੂੰ ਸੜ ਗਈ। ਜਦੋਂ ਇਉਂ ਕਿਹਾ ਮਾਈ ਦੇ ਕੋਲ, ਤੇ ਮਾਈ ਨੂੰ ਹੋਸ਼ ਆ ਗਈ, ਕਿਉਂਕਿ ਉਹਦੇ ਪ੍ਰਸ਼ਨ ਦਾ ਉੱਤਰ ਉਹਨੂੰ ਮਿਲ ਗਿਆ। ਅੱਜ ਦਾ ਸਿੱਖ ਨੌਜਵਾਨ ਬਹੁਤ ਸਾਰੇ ਸ਼ੰਕਿਆਂ ਤੇ ਸਵਾਲਾਂ ਦਾ ਬੋਝ ਨਾ ਸਹਾਰਦਾ ਹੋਇਆ ਸਿੱਖੀ ਤੋਂ ਬਾਗੀ ਹੋ ਰਿਹਾ ਹੈ, ਪਤਿਤ ਹੋ ਰਿਹਾ ਹੈ। ਸਿੱਖ ਨੌਜਵਾਨਾਂ ਦੇ ਮਨਾਂ ਦੇ ਸਵਾਲ ਕਿ ਕੇਸ ਕਿਉਂ ਰੱਖਣੇ ਨੇ, ਬਾਣੀ ਕਿਉਂ ਪੜ੍ਹਨੀ ਹੈ, ਅੰਮ੍ਰਿਤ ਕਿਉਂ ਛਕਣਾ, ਇਹ ਸਾਰੇ ਸਵਾਲਾਂ ਦੇ ਜਵਾਬ ਸੁਹਿਰਦ ਵਿਦਵਾਨਾਂ ਨੂੰ ਦੇਣੇ ਬਣਦੇ ਨੇ। ਦੇਖੋ ਕੇਸਾਂ ਦੇ ਪ੍ਰਤੀ ਤਾਂ ਇੱਕ 26 ਦਸੰਬਰ 1963 ਨੂੰ ਕਸ਼ਮੀਰ ਦੇ ਵਿੱਚ ਬਹੁਤ ਰੌਲਾ ਗੌਲਾ ਪੈ ਗਿਆ, ਕਿਉਂਕਿ 1200 ਸਾਲ ਪੁਰਾਣਾ ਹਜ਼ਰਤ ਮੁਹੰਮਦ ਸਾਹਿਬ ਦਾ ਇੱਕ ਪਵਿੱਤਰ ਕੇਸ ਗੁੰਮ ਹੋ ਗਿਆ। ਕਿਸੇ ਦੋਖੀ ਨੇ ਰਾਤ ਦੇ ਹਨੇਰੇ 'ਚ ਮਸਜਿਦ ਵਿੱਚੋਂ ਇਹ ਕੇਸ ਚੁਰਾ ਲਿਆ।
कश्मीर के प्रधानमंत्री ने 1 लाख रुपया इनाम ਲੱਭਣ ਵਾਲੇ ਨੂੰ ਤੇ 10 ਪਾਉਣ ਵਾਲੇ ਨੂੰ 500 ਰੁਪਏ ਮਹੀਨਾ ਵਜੀਫਾ ਦੇਣ ਦਾ ਐਲਾਨ ਕਰ ਦਿੱਤਾ। ਕਸ਼ਮੀਰ ਦੇ ਪ੍ਰਧਾਨ ਮੰਤਰੀ ਨੇ। ਅਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਵੱਖਰੀ ਰੇਡੀਓ ਤੇ ਤਕਰੀਰ ਕਰਦਿਆਂ ਦੁੱਖ ਪ੍ਰਗਟ ਕੀਤਾ। ਲਾਲ ਬਹਾਦਰ ਸ਼ਾਸਤਰੀ श्रीनगर पुजे। मुसलमान भावें आप केसाधारी नहीं, पर उन्होंने अपने मुहम्मद साहब दे एक केस दे प्रति अपनी अथाह शरधा का प्रगटावा किया। ते जदों वो 4 दिनों बाद केस लभ पिया तां जिहड़ा कश्मीर का प्रधानमंत्री सी शमस उल दीन, उन्हें कहा सी कि मुसलमानों की ईद असल विच अज है। सो इत्थों सानू सेध मिलती है कि वेखो ये केस रखने सिख दे लई तां गुरु का हुक्म भी है, गुरु की मोहर भी है। ते सतगुरु महाराज किरपा करन असीं गुरु वाले बणीए, अमृत छकीए, अमृतधारी होके जीवन बतीत करिए, वहमां भरमां दे विचों निकल के सोहना सच्चा जीवन जीवीए के पीवो पौहल खंडे धार होए जन्म सुहेला। गुरु गोबिंद सिंह सच्चे पिता महाराज किरपा करन। खालसा प्रगट दिवस वैसाखी दे दिहाड़े दियां आप संगतां नूं बहुत बहुत वधाइयां। बोलदियां कोलों होईयां बेअंत भुल्लां खिमा करनियां जी। वाहिगुरू जी का खालसा, वाहिगुरू जी की फतेह।